ਔਰਤਾਂ ਹੀ ਘਰ ਉਜਾੜਦੀਆਂ ਨੇ ਤੇ ਔਰਤਾਂ ਹੀ ਘਰ ਵਸਾਉਂਦੀਆਂ ਨੇ। ਤੇ ਸਿਆਣੇ ਲੋਕ ਆਂਦੇ ਨੇ ਕਿ ਗੱਲ ਜਿਹੜੀ ਹੈ ਨਾ ਉਹ ਨਸਲਾਂ ਦੇ ਉੱਤੇ ਆ ਕੇ ਮੁੱਕਦੀ ਏ। ਇੱਕ ਬੰਦਾ ਸੀ ਤੇ ਉਹਨੇ ਆਪਣੀ ਬੇਟੀ ਦੀ ਸ਼ਾਦੀ ਕਰ ਦਿੱਤੀ ਕਿਸੇ ਉੱਚੇ ਖਾਨਦਾਨ ਦੇ ਅੰਦਰ, ਕਿਸੇ ਖਾਂਦੇ ਪੀਂਦੇ ਘਰ ਦੇ ਅੰਦਰ, ਜਿਹੜਾ ਬੜਾ ਲੈਂਡਲਾਰਡ ਸੀ, ਬਾਹਰ ਮਾਲ ਡੰਗਰ ਵੀ ਰੱਖਿਆ ਸੀ, ਡੇਰਾ ਡੱਬਾ ਵੀ ਹੈ ਸੀ, ਤੇ ਘਰ ਦੇ ਅੰਦਰ ਵੀ ਚੰਗਾ ਮਾਮਲਾਤ ਜਿਹੜੇ ਸਨ ਉਹ ਬਿਹਤਰ ਸਨ। ਜਿਸ ਵਕਤ ਸ਼ਾਦੀ ਕਰ ਦਿੱਤੀ, ਬੇਟੀ ਉਹਦੀ ਜਿਹੜੀ ਹੈ ਸ਼ਾਦੀ ਕਰਕੇ ਆਪਣੇ ਘਰ ਆ ਗਈ, ਤੇ ਉੱਥੇ ਨਾ ਉਹਦੇ ਤੋਂ ਪਹਿਲੋਂ ਦੋ ਨੂੰਹਾਂ ਵਿਆਹੀਆਂ ਉਹਨਾਂ ਲਿਆਂਦੀਆਂ ਸਨ। ਦੋ ਉਹਦੀਆਂ ਜਠਾਣੀਆਂ ਸਨ, ਇੰਜ ਸਮਝ ਲਓ, ਜਿਹੜੀਆਂ ਉਹਦੇ ਤੋਂ ਵੱਡੀਆਂ ਸਨ। ਤੇ ਇੱਕ ਦਿਨ ਰਲ ਕੇ ਇਕੱਠੀਆਂ ਬੈਠੀਆਂ, ਤੇ ਉਹ ਵੱਡੀਆਂ ਜਿਹੜੀਆਂ ਸਨ ਨਾ ਉਹਨਾਂ ਕੜੇ ਛੜੇ ਪਾਏ ਤੇ ਬੜਾ ਜ਼ੇਵਰ ਜ਼ੂਵਰ ਪਾਇਆ, ਤੇ ਗਲ ਦੇ ਅੰਦਰ ਹਾਰ ਸ਼ਾਰ ਕੈਂਠਾ ਸ਼ਿੰਠਾ ਪਾਇਆ, ਕਾਂਟੇ ਸ਼ਾਂਡੇ, ਤੇ ਇੱਕ ਬੋਲੀ ਤੇ ਆਖਣ ਲੱਗੀ ਕਿ ਆਹ ਜਿਹੜੇ ਕੜੇ ਨੇ ਨਾ ਇਹ ਮੈਨੂੰ ਮੇਰੇ ਅੱਬੇ ਨੇ ਬੜੇ ਚਾਅ ਨਾਲ ਬਣਾ ਕੇ ਦਿੱਤੇ ਸਨ, ਤੇ ਆਹ ਜਿਹੜਾ ਮੈਂ ਗਾਲੇ 'ਚ ਹਾਰ ਪਾਇਆ ਇਹ ਮੈਨੂੰ ਮੇਰੇ ਚਾਚੇ ਬੜੇ ਚਾਅ ਨਾਲ ਬਣਵਾ ਕੇ ਦਿੱਤਾ ਸੀ, ਤੇ ਆਹ ਜਿਹੜੇ ਮੈਂ ਕਾਂਟੇ ਪਾਏ ਨੇ ਨਾ, ਜਿਹੜਾ ਅੰਗੂਠੀਆਂ ਸ਼ਗੂਠੀਆਂ ਪਾਈਆਂ ਨੇ, ਇਹ ਮੇਰੀ ਮਾਂ ਨੇ ਬੜੇ ਚਾਵਾਂ ਨਾਲ ਬਣਵਾਏ ਸਨ। ਯਾਨੀ ਆਪਣੇ ਪੇਕਿਆਂ ਦੀ ਤਾਰੀਫ ਕਰਨ ਲੱਗ ਪਈ। ਤੇ ਦੂਜੀ ਬੋਲੀ ਤੇ ਉਹ ਵੀ ਆਖਣ ਲੱਗੀ ਕਿ ਇੰਜ ਹੀ ਇਹ ਭੈਣਾ, ਮੈਂ ਜਿਹੜਾ ਕੁਝ ਪਾਇਆ ਨਾ ਮੈਨੂੰ ਵੀ ਮੇਰੇ ਪੇਕਿਆਂ ਹੀ ਸਭ ਕੁਝ ਦਿੱਤਾ ਹੈ। ਸਹੁਰਿਆਂ ਵਾਲਾ ਜਿਹੜਾ ਜ਼ੇਵਰ ਹੈ ਨਾ ਉਹ ਤੇ ਮੈਂ ਅਜੇ ਖੋਲ ਕੇ ਵੀ ਨਹੀਂ ਵੇਖਿਆ, ਅਜੇ ਤੇ ਮੈਂ ਪੇਕਿਆਂ ਦੇ ਜ਼ੇਵਰ ਨਾਲ ਹੀ ਲੱਦੀ ਲਦਾਈ ਬੈਠੀ ਹਾਂ। ਉਹ ਦੋਵੇਂ ਗੱਲਾਂ ਕਰਦੀਆਂ ਸਨ ਪਈਆਂ, ਤੋਂ ਤੀਸਰੀ ਜਿਹੜੀ ਆਈ ਸੀ ਨਾ ਨਵੀਂ ਵਿਆਹੀ, ਉਹ ਹੁਣ ਮਾੜੇ ਘਰ ਦੀ ਸੀ ਤੇ ਆ ਗਈ ਤਗੜੇ ਘਰ ਦੇ ਅੰਦਰ। ਹੁਣ ਜ਼ੇਵਰ ਤੇ ਨਹੀਂ ਸੀ ਲੈ ਕੇ ਆਈ, ਨਾ ਕੋਈ ਟਰੱਕ ਸਮਾਨ ਤੇ ਲੈ ਕੇ ਆਈ ਸੀ, ਤੇ ਨਾ ਕੋਈ ਇੰਜ ਦੀ ਸੂਰਤ ਹਾਲ ਤੋਂ ਬੜੀ ਪਰੇਸ਼ਾਨ ਹੋਈ। ਤੇ ਖੈਰ ਇੱਕ ਦਿਨ ਜਨਾਬ ਉਹ ਗਈ ਆਪਣੇ ਘਰ, ਆਪਣੇ ਪੇਕੇ, ਤੇ ਜਾ ਕੇ ਆਪਣੇ ਅੱਬੇ ਨੂੰ ਕਹਿਣ ਲੱਗੀ, ਵਾਲਦ ਸਾਹਿਬ ਨੂੰ, ਕਿ ਅੱਬਾ ਜੀ ਐਡੇ ਉੱਚੇ ਘਰ ਦੇ ਵਿੱਚ ਮੈਨੂੰ ਵਿਆਹ ਛੱਡਿਆ ਜੇ, ਤੇ ਉੱਥੇ ਤੇ ਉਹ ਮੇਰੀਆਂ ਜਿਹੜੀਆਂ ਜਠਾਣੀਆਂ ਨੇ ਵੱਡੀਆਂ ਮੇਰੇ ਤੋਂ, ਜਿਹੜੀਆਂ ਉਹਨਾਂ ਪਹਿਲੋਂ ਵਿਆਹ ਕੇ ਲਿਆਂਦੀਆਂ ਨੇ, ਉਹ ਤੇ ਇੰਝ ਇੰਝ ਦੀਆਂ ਗੱਲਾਂ ਕਰਦੀਆਂ ਨੇ। ਕੋਈ ਮੈਨੂੰ ਕੜੇ ਵਿਖਾਉਂਦੀ ਏ, ਕੋਈ ਮੈਨੂੰ ਆਪਣੇ ਹਾਰ ਵਿਖਾਉਂਦੀ ਏ, ਕੋਈ ਕਾਂਟੇ ਵਿਖਾਉਂਦੀ ਏ, ਕੋਈ ਅੰਗੂਠੀਆਂ ਤੇ ਛਾਪਾਂ ਵਿਖਾਉਂਦੀ ਏ, ਤੇ ਆਂਦੀ ਹੈ ਫਲਾਣੀ ਸ਼ੈ ਮੈਂ ਪੇਕਿਆਂ ਤੋਂ ਲਿਆਂਦੀ, ਤੇ ਆਹ ਵੀ ਮੈਂ ਪੇਕਿਆਂ ਤੋਂ ਲੈ ਕੇ ਆਈਆਂ, ਤੇ ਆਹ ਵੀ ਮੈਂ ਪੇਕਿਆਂ ਤੋਂ ਲੈ ਕੇ ਆਈਆਂ, ਤੇ ਮੈਂ ਉੱਥੇ ਬੜੀ ਸ਼ਰਮਸਾਰ ਹੁੰਦੀ ਹਾਂ। ਜਾਂ ਤੇ ਮੈਨੂੰ ਐਡੇ ਵੱਡੇ ਘਰ ਵਿਆਹਣਾ ਨਹੀਂ ਸਾਜੇ, ਜੇ ਵਿਆਹਿਆ ਸਾਜੇ ਤੇ ਫਿਰ ਕਮ ਸੇ ਕਮ ਮੈਨੂੰ ਇੰਨਾ ਕੁ ਜ਼ੇਵਰ ਜਾਂ ਇੰਨਾ ਕੁ ਸਮਾਨ ਜਿਹੜਾ ਉਹ ਦੇ ਕੇ ਘੱਲ ਦੇ। ਹੁਣ ਅੱਬਾ ਜਿਹੜਾ ਸੀ ਉਹ ਚੁੱਪ ਕਰਕੇ ਸੁਣਦਾ ਰਿਹਾ, ਧੀ ਜਿਹੜੀ ਉਹ ਕਰਦੀ ਰਹੀ। ਜਦੋਂ ਚੁੱਪ ਕੀਤੀ ਨਾ ਤੇ ਬਾਪ ਬੋਲਿਆ, ਤੇ ਉਸ ਆਖਿਆ, ਪੁੱਤਰਾ ਗੱਲ ਇੰਜੇ ਕਿ ਦੇਣਾ ਤੇ ਉਹ ਕੁਝ ਹੀ ਹੁੰਦਾ ਜੋ ਕੋਲ ਹੋਵੇ, ਲੇਕਿਨ ਸਮਾਨ ਨਾਲ, ਜਹੇਜ਼ ਦੇ ਨਾਲ, ਦਾਜਾਂ ਨਾਲ ਕਦੀ ਧੀਆਂ ਨਹੀਂ ਵਸੀਆਂ। ਧੀਆਂ ਆਪਣੇ ਕਰਮਾਂ ਨਾਲ, ਨਸੀਬਾਂ ਨਾਲ ਤੇ ਆਪਣਿਆਂ ਕੰਮਾਂ ਨਾਲ ਵਸਦੀਆਂ ਹੁੰਦੀਆਂ ਨੇ, ਤੇ ਦਾਜਾਂ ਦੇ ਨਾਲ ਅਗਰ ਧੀਆਂ ਵਸਣ ਲੱਗਣ ਨਾ ਤੇ ਕਿਸੇ ਦੀ ਧੀ ਜਿਹੜੀ ਹੈ ਉਹ ਉਜੜੇ ਨਾ। ਤੇ ਲਿਹਾਜ਼ਾ ਘਰ ਜਿਹੜਾ ਨਾ ਇਹਨੂੰ ਬਣਾਉਂਦੀ ਵੀ ਬੀਬੀ ਏ ਤੇ ਉਜਾੜਦੀ ਵੀ ਬੀਬੀ ਏ। ਤੇ ਸਿਆਣੇ ਲੋਕ ਇਹ ਗੱਲ ਕਰਦੇ ਹੁੰਦੇ ਨੇ ਕਿ ਬੀਬੀ ਜਿਹੜੀ ਹੈ ਨਾ ਉਹ ਇੱਕ ਸੂਈ ਦੇ ਨੱਕੇ ਰਾਹ ਵੀ ਮਾਲ ਘਰ ਦਾ ਉਜਾੜਨ ਲੱਗੇ ਨਾ ਤੇ ਉਹ ਘਰ ਨੂੰ ਖਤਮ ਕਰ ਛੱਡਦੀ ਏ, ਤੇ ਬੰਦਾ ਭਾਵੇਂ ਬੁੱਕਾਂ ਨਾਲ ਵੀ ਲੱਗਾ ਰਵੇ ਤੇ ਉਹ ਘਰ ਜਿਹੜਾ ਉਹ ਖਤਮ ਨਹੀਂ ਹੁੰਦਾ। ਤਾਂ ਮੈਂ ਗੱਲ ਕਰਦਾ ਸਾਂ ਪਿਆ, ਉਹਨੇ ਕਿਹਾ ਪੁੱਤਰਾ ਧੀਆਂ ਜਿਹੜੀਆਂ ਨੇ ਨਾ ਇਹ ਆਪਣੇ ਕਰਮਾਂ ਨਾਲ ਤੇ ਨਸੀਬਾਂ ਨਾਲ ਤੇ ਆਪਣੇ ਕੰਮਾਂ ਨਾਲ ਵਸਦੀਆਂ ਨੇ, ਦਾਜਾਂ ਨਾਲ ਧੀਆਂ ਨਹੀਂ ਵਸਦੀਆਂ। ਉਹਨੇ ਕਿਹਾ ਅੱਛਾ ਅੱਬਾ। ਖੈਰ ਉਹ ਫਿਰ ਵਾਪਸ ਜਿਸ ਵਕਤ ਗਈ ਨਾ ਆਪਣੇ ਸਹੁਰੇ ਸਸੁਰਾਲ, ਉੱਥੇ ਜਾ ਕੇ ਇੱਕ ਦਿਨ ਲੰਘਿਆ ਤੇ ਦੂਸਰੇ ਦਿਨ ਉਹਨੇ ਆਪਣੇ ਸੁਸਰ ਨੂੰ, ਆਪਣੇ ਸਹੁਰੇ ਨੂੰ ਭਾਇਆ ਆਪਣੇ ਕੋਲ, ਤੇ ਭਾਗ ਕਹਿਣ ਲੱਗੀ ਕਿ ਅੱਬਾ ਜੀ ਗੱਲ ਇੰਜੇ ਕਿ ਤੁਸੀਂ ਨੌਕਰਾਣੀ ਰੱਖੀ ਏ, ਤੇ ਉਹ ਸਵੇਰੇ ਸਵੇਰੇ ਆ ਕੇ ਸਾਡੀ ਲੱਸੀ ਵੀ ਉਹੀ ਬਣਾਉਂਦੀ ਏ, ਦੁੱਧ ਵੀ ਉਹੀ ਰਿੜਕਦੀ ਏ, ਚਾਟੀ ਚੋਂ ਮੱਖਣ ਵੀ ਉਹੀ ਕੱਢਦੀ ਏ, ਤੇ ਸਾਰੇ ਕੰਮ ਉਹ ਕਰਦੀ ਏ, ਤੇ ਮੈਂ ਜੋ ਵਿਹਲੀ ਹੁੰਦੀ ਹਾਂ, ਤੇ ਜੇ ਤੁਸੀਂ ਇਜਾਜ਼ਤ ਦਿਓ ਤੇ ਸੁਬਾਹ ਤੋਂ ਮੈਂ ਇਹ ਕੰਮ ਨਾ ਕਰਾਂ। ਪਤਾ ਨਹੀਂ ਉਹ ਨਮਾਜ਼ ਵੀ ਪੜ੍ਹ ਕੇ ਆਉਂਦੀ ਏ ਕਿ ਨਹੀਂ ਆਉਂਦੀ, ਤੇ ਆ ਕੇ ਹੱਥ ਪਾ ਦਿੰਦੀ ਏ ਚਾਟੀ ਦੇ ਅੰਦਰ ਤੇ ਉਹ ਮੱਖਣ ਬਣਾਉਂਦੀ ਏ, ਤੇ ਜੇ ਤੁਸੀਂ ਇਜਾਜ਼ਤ ਦਿਓ ਤੇ ਮੈਂ ਸੁਬਾਹ ਤੋਂ ਇਹ ਕੰਮ ਜਿਹੜਾ ਮੈਂ ਸਾਂਭਣੀ ਆ, ਰੋਟੀ ਟੁੱਕਰ ਵਾਲਾ, ਬਾਕੀ ਚਲੋ ਉਹ ਕਰ ਲਵੇ ਕਰੇਗੀ। ਹੁਣ ਸਹੁਰਾ ਜਿਹੜਾ ਸੀ ਨਾ ਬਾਬਾ ਬੜਾ ਰਾਜ਼ੀ ਹੋਇਆ। ਉਸ ਆਖਿਆ ਪੁੱਤਰਾ ਇਦੋਂ ਚੰਗੀ ਹੋਰ ਕਿਹੜੀ ਗੱਲ ਏ, ਅੱਗੇ ਵੀ ਤੇ ਦੋ ਆਈਆਂ ਨੇ ਪਰ ਉਹਨਾਂ ਇੰਜ ਦੀ ਗੱਲ ਨਹੀਂ ਕੀਤੀ, ਤੇ ਮੈਂ ਤੇਰੇ ਤੇ ਬੜਾ ਰਾਜ਼ੀ ਹਾਂ, ਤੇ ਚੱਲ ਤੂੰ ਕਰ ਲਿਆ ਕਰ। ਜਿਸ ਟਾਈਮ ਸੁਬਾਹ ਹੋਈ ਨਾ ਤੇ ਉਹ ਜਿਹੜੀ ਨਵੀਂ ਨੂੰਹ ਆਈ ਸੀ ਉਹਨੇ ਉੱਠ ਕੇ ਸੁਬਾਹ ਨਮਾਜ਼ ਪੜ੍ਹੀ, ਨਮਾਜ਼ ਪੜ੍ਹ ਕੇ ਕੁਰਾਨ ਪਾਕ ਪੜ੍ਹਿਆ, ਕੁਰਾਨ ਪਾਕ ਦੀ ਤਿਲਾਵਤ ਕਰਕੇ ਤੇ ਉਹਨੇ ਜਨਾਬ ਮਧਾਣੀ ਪਾ ਲਈ। ਉਹਨੂੰ ਮਧਾਣੀ ਆਂਦੇ ਨੇ ਜਿਹਦੇ ਨਾਲ ਦੁੱਧ ਰਿੜਕੀਦਾ ਤੇ ਦਹੀਂ ਦੀ ਲੱਸੀ ਬਣਾਈ ਦੀ ਹੈ ਤੇ ਮੱਖਣ ਕੱਢੀਦਾ। ਮਧਾਣੀ ਪਾ ਲਈ ਜਨਾਬ ਚਾਟੀ ਦੇ ਅੰਦਰ,
ਤੇ ਉਹ ਕੰਮ ਕਰਦੀ ਹੈ ਪਈ, ਤੇ ਉੱਤੋਂ ਨਾ ਉਹ ਕੰਮ ਕਰਨ ਵਾਲੀ ਵੀ ਆ ਗਈ ਜਿਹੜੀ ਅੱਗੇ ਇਹ ਕੰਮ ਕਰਦੀ ਹੁੰਦੀ ਸੀ। ਉਹਨੇ ਆ ਕੇ ਉਸ ਆਖਿਆ ਚੌਧਰਾਣੀ ਜੀ ਗੱਲ ਇੰਜੇ ਕਿ ਨਾ ਤੇ ਮੈਂ ਲੇਟ ਹੋਈ ਆ, ਆਈ ਵੀ ਮੈਂ ਆਪਣੇ ਟਾਈਮ ਤੇ ਆ, ਤੇ ਤੁਸੀਂ ਕਿਉਂ ਇਹ ਤਕਲੀਫ ਕੀਤੀ ਹੈ, ਚਲੋ ਮੈਂ ਆਪੇ ਹੀ ਕਰ ਲੈਂਦੀ। ਉਹਨੇ ਕਿਹਾ ਨਹੀਂ, ਸਿੱਧਾ ਸਾਵਾਂ ਜਵਾਬ ਨਾ ਦਿੱਤਾ, ਦਿਲ ਨਾ ਉਹਦਾ ਤਰੋੜਿਆ। ਉਸ ਆਖਿਆ ਨਹੀਂ ਚਲੋ ਕੋਈ ਗੱਲ ਨਹੀਂ, ਮੈਂ ਜਰਾ ਟਾਈਮ ਨਾਲ ਉੱਠ ਪਈ ਸਾਂ ਤੇ ਮੈਂ ਚਲੋ ਮੈਂ ਕਰ ਲੈਂਦੀ ਆ, ਤੇ ਕੋ ਨਹੀਂ ਤੂੰ ਆ ਗਈ ਹੈ ਤੇ ਇਹ ਮੈਂ ਕਰ ਲੈਂਦੀ ਆ, ਤੂੰ ਕੋ ਹੋਰ ਕੰਮ ਕਰ ਲਿਆ, ਕੋਈ ਬੌਕਰ ਭਾਰੀ ਕਰ ਲਿਆ, ਕੋਈ ਕੱਪੜੇ ਧੋ ਲਿਆ, ਜਾਂ ਕੋਈ ਇੰਝ ਦੀ ਸੂਰਤ ਆ ਲੋ। ਖੈਰ ਉਹ ਆਪਣੇ ਕੰਮ ਕਰਨ ਲੱਗ ਪਈ। ਇਹਨੇ ਜਨਾਬੇ ਵਾਲਾ ਬੜਾ ਸੋਹਣੇ ਤਰੀਕੇ ਦੇ ਨਾਲ ਉਹ ਲੱਸੀ ਬਣਾਈ, ਦਹੀਂ ਸ਼ਹੀਂ ਤਿਆਰ ਕੀਤਾ, ਮੱਖਣ ਕੱਢਿਆ, ਰੋਟੀਆਂ ਪਕਾਈਆਂ। ਰੋਟੀਆਂ ਪਕਾ ਕੇ ਨਾ ਤੇ ਉਹਨੇ ਚਿਰ ਨੂੰ ਬਾਹਰੋਂ ਕੰਮ ਆ ਗਿਆ ਰੋਟੀ ਲੈਣ ਵਾਸਤੇ, ਲਿਆਓ ਬਈ ਡੇਰੇ ਵਾਸਤੇ ਰੋਟੀ ਦੇ ਦਿਓ ਬਾਹਰ ਜਿਹੜੀ ਖਰਨੀ ਹੈ। ਇਹਨੇ ਉਹ ਤਿਆਰ ਸ਼ਿਆਰ ਕਰਕੇ ਰੋਟੀ ਉਹਨੂੰ ਦਿੱਤੀ। ਉਹ ਜਨਾਬ ਰੋਟੀ ਲੈ ਕੇ ਟੁਰ ਗਿਆ। ਜਦੋਂ ਦੂਸਰਾ ਤੀਸਰਾ ਦਿਨ ਹੋਇਆ ਨਾ, ਤੇ ਇਹਨੇ ਫਿਰ ਆਪਣੇ ਸਹੁਰੇ ਨੂੰ ਬਾਇਆ, ਬਾਬੇ ਨੂੰ ਬਾ ਕੇ ਨਾ, ਤੇ ਇਸ ਆਖਿਆ ਬਾਬਾ ਜੀ ਜੇ ਤੁਸੀਂ ਇਜਾਜ਼ਤ ਦਿਓ ਤੇ ਰੋਟੀ ਮੈਂ ਪਕਾਨੀ ਆ, ਸਾਰੇ ਕੰਮ ਮੈਂ ਕਰਨੀ ਆ, ਤੇ ਆ ਜਿਹੜਾ ਬੰਦਾ ਹੁੰਦਾ ਨਾ ਘਰ ਰੋਟੀ ਲੈਣ ਵਾਸਤੇ, ਤੇ ਬੰਦਿਆਂ ਬਗਾਨਿਆਂ ਦਾ ਘਰ ਕੰਮ ਕੀ ਹੁੰਦਾ ਰੋਟੀ ਲੈਣ ਵਾਸਤੇ ਆਉਣਾ, ਤੇ ਜੇ ਤੁਸੀਂ ਇਜਾਜ਼ਤ ਦਿਓ ਤੇ ਰੋਟੀ ਜਿਹੜੀ ਹੈ ਮੈਂ ਨਾ ਤੁਹਾਨੂੰ ਡੇਰੇ ਤੇ ਦੇ ਆਵਾਂ ਕਰਾਂ, ਜਾਂ ਜਿੰਨੇ ਆਪਣੇ ਜੀ ਨੇ ਰੋਟੀ ਖਾਣ ਵਾਲੇ ਮੈਂ ਉਹਨਾਂ ਨੂੰ ਰੋਟੀ ਆਪ ਖਵਾ ਕੇ ਆਵਾਂ ਕਰਾਂ। ਸਿਆਣੀਆਂ ਧੀਆਂ ਦਾ, ਭੈਣਾਂ ਦਾ ਤੇ ਨੂੰਹਾਂ ਦਾ ਇਹ ਹੀ ਕੰਮ ਹੁੰਦਾ ਹੈ। ਉਹਨੇ ਬਾਬਾ ਬੜਾ ਰਾਜ਼ੀ ਹੋਇਆ। ਉਸ ਆਖਿਆ ਪੁੱਤਰਾ ਬੱਲੇ, ਤੂੰ ਤੇ ਜਨਾਬ ਸਾਰੇ ਮਨਖ ਜਿਹੜੇ ਨੇ ਖਤਮ ਕਰ ਦਿੱਤੇ ਨੇ, ਤੇ ਇਹਦੇ ਨਾਲੋਂ ਚੰਗੀ ਹੋਰ ਕਿਹੜੀ ਗੱਲ ਏ, ਤੇ ਲਿਹਾਜ਼ਾ ਤੂੰ ਲੈ ਜਾ ਕਰ। ਉਹ ਬਈ ਗੱਲ ਇੰਜੇ ਕਿ ਉਹਨੇ ਦੂਸਰੇ ਦਿਨ ਤਿਆਰ ਕੀਤੀ ਰੋਟੀ ਸ਼ੋਟੀ ਟਾਈਮ ਨਾਲ ਬਣਾ ਕੇ ਪਕਾ ਕੇ ਚੋਪੜ ਚਾਪੜ ਕੇ ਤਿਆਰ ਕਰਕੇ ਉਹਨੇ ਚੰਗੀ ਤਰ੍ਹਾਂ ਪੋਣੇ ਦੇ ਵਿੱਚ ਬੰਨ ਕੇ ਨਾ ਤੇ ਇੱਕ ਵੱਡਾ ਸਾਰਾ ਦਾਬੜਾ ਲਿਆ, ਤਾਂਬੀਆ ਵੀ ਉਹਨੂੰ ਆਂਦੇ ਨੇ। ਉਸ ਦਾਬੜੇ ਦੇ ਅੰਦਰ ਉਹਨੇ ਉਹ ਰੱਖੀ ਰੋਟੀ, ਵਿੱਚ ਜਨਾਬ ਲੱਸੀ ਵਾਲਾ ਦੋਣਾ ਰੱਖਿਆ, ਤੇ ਆਪਣੇ ਸਿਰ ਦੇ ਉੱਤੇ ਰੱਖਿਆ, ਇਹਨੂੰ ਕੱਪੜਾ ਵਲੇਟ ਕੇ ਸਿਰ ਦੇ ਉੱਤੇ ਰੱਖ ਲਿਆ, ਤੇ ਉਹਦੇ ਉੱਤੇ ਉਹਨੇ ਦਾਬੜਾ ਚੁੱਕਿਆ। ਦਾਬੜਾ ਚੁੱਕ ਕੇ ਨਾ ਤੇ ਇੱਕ ਵੱਡੀ ਸਾਰੀ ਚਾਦਰ ਉਹਨੇ ਆਪਣੇ ਉੱਤੇ ਲੈ ਲਈ। ਇਸ ਗੱਲ ਨਾਲ ਜ਼ਰਾ ਤਵੱਜੋ ਕਰਿਆ ਜੇ, ਵੱਡੀ ਸਾਰੀ ਚਾਦਰ ਉਹਨੇ ਆਪਣੇ ਉੱਤੇ ਲੈ ਲਈ, ਜਿਹਦੇ ਨਾਲ ਉਹਦਾ ਸਾਰਾ ਜਿਸਮ ਜਿਹੜਾ ਉਹ ਢੱਕਿਆ ਗਿਆ ਕਿ ਕੋਈ ਚੀਜ਼ ਜਿਹੜੀ ਹੈ ਜਿਸਮ ਦਾ ਕੋਈ ਅਜ਼ਾ ਨਜ਼ਰ ਨਾ ਆਵੇ। ਹੁਣ ਤੇ ਪਰਦਾ ਕਰਕੇ ਵੀ ਔਰਤਾਂ ਜਿਹੜੀਆਂ ਨੇ ਬੇਪਰਦਾ ਨੇ ਨਾ, ਤੇ ਬਰਗਾ ਉਹਨੇ ਵੱਡੀ ਸਾਰੀ ਚਾਦਰ ਜਿਸ ਵਕਤ ਆਪਣੇ ਉੱਤੇ ਲੈ ਲਈ ਤੇ ਲੈ ਕੇ ਤੇ ਜਨਾਬ ਅੱਪੜ ਗਈ, ਰੋਟੀ ਲੈ ਕੇ ਡੇਰੇ ਖੂਹ ਤੇ ਟੁਰ ਗਈ। ਜਦੋਂ ਖੂਹ ਤੇ ਗਈ ਨਾ ਡੇਰੇ, ਤੇ ਜਾ ਕੇ ਉੱਥੇ ਆਪਣੇ ਸਹੁਰੇ ਨੂੰ ਤੇ ਆਪਣੇ ਖਾਮਦ ਨੂੰ ਤੇ ਆਪਣੇ ਦੂਜੇ ਦਿਓਰਾਂ ਜੇਠਾਂ ਨੂੰ ਰੋਟੀ ਖਵਾਈ। ਰੋਟੀ ਖਵਾ ਕੇ ਤੇ ਭਾਂਡੇ ਛਾਂਡੇ ਲੈ ਕੇ ਤੇ ਜਨਾਬ ਉਹਨੇ ਦਾਬੜੇ ਦੇ ਵਿੱਚ ਰੱਖੇ, ਤੇ ਉੱਥੋਂ ਕੋ 5-7 ਗੰਨਿਆਂ ਦੇ ਟੋਟੇ ਲੈ ਕੇ ਨਾ ਨਿੱਕੇ ਨਿੱਕੇ, ਤੇ ਉਹ ਵੀ ਜਨਾਬ ਉਹਨੇ ਦਾਬੜੇ ਦੇ ਵਿੱਚ ਰੱਖ ਲੈ। ਤੇ ਵਿੱਚ ਜਨਾਬ ਉਹ ਜਿਹੜੇ ਗੋਹੇ ਹੁੰਦੇ ਸਨ, ਜਿਹਨੂੰ ਥਾਪੀਆਂ ਜਾਂ ਪਾਥੀਆਂ ਵੀ ਆਖਿਆ ਜਾਂਦਾ, ਜਿਹੜੇ ਥੱਪਦੀਆਂ ਹੁੰਦੀਆਂ ਸਨ ਬੀਬੀਆਂ, ਉਹ ਵੀ ਜਨਾਬ ਚੰਗੀ ਟੀਸ਼ੀ ਲਾ ਲਈ, ਤੇ ਵਿੱਚ ਗੰਨਿਆਂ ਦੇ ਟੋਟੇ ਰੱਖ ਕੇ ਨਾ ਤੇ ਜਨਾਬ ਦੁੱਧ ਜਿਹੜਾ ਉਹਨਾਂ ਚੋਇਆ ਸੀ ਉਹ ਵਿੱਚ ਰੱਖਿਆ, ਲੈ ਕੇ ਸਿਰ ਤੇ ਚੁੱਕਿਆ ਤੇ ਘਰ ਆ ਗਈ। ਘਰ ਆ ਕੇ ਅੱਗੇ ਵੇਖਿਆ ਜਿਹੜੀਆਂ ਵੱਡੀਆਂ ਜਠਾਣੀਆਂ ਸਨ ਨਾ, ਕੜਿਆਂ ਵਾਲੀਆਂ ਤੇ ਕਾਂਟਿਆਂ ਵਾਲੀਆਂ ਤੇ ਹਾਰ ਜਿੰਨਾ ਪਾਏ ਸਨ, ਉਹ ਆਪਣੇ ਆਪਣੇ ਪਲੰਘਾਂ ਦੇ ਉੱਤੇ ਪਈਆਂ। ਉਹਨਾਂ ਦੇ ਕੋਲ ਲਿਆ ਕੇ ਉਹਨੇ ਰੱਖ ਕੇ ਤੇ ਉਸ ਆਖਿਆ ਉਠੋ ਭਈਆ ਤੁਸੀਂ ਵੀ ਗੰਨੇ ਚੂਪ ਲਓ। ਉਹ ਜਿਸ ਵਕਤ ਉਹਨੇ ਠਾਇਆ ਨਾ ਉਹਨਾਂ ਨੂੰ, ਤੇ ਉਹ ਜਨਾਬ ਉਹਨਾਂ ਕਿਹਾ ਬੱਲੇ ਭਈ ਅੱਗੇ ਵੀ ਇੰਨੇ ਕੰਮ ਕਰਨ ਵਾਲੇ ਆਏ ਨੇ, ਇਹ ਸਾਰੇ ਮਾਮਲਾਤ ਹੋਏ ਨੇ, ਅੱਜ ਤੱਕ ਆਹ ਕੰਮ ਜਿਹੜਾ ਹੈ ਕਿਸੇ ਨੇ ਕੀਤਾ। ਤੇ ਬੜੀ ਗੱਲ ਹੈ, ਆਪਸ ਵਿੱਚ ਹੀ ਗੱਲਾਂ ਕਰਦੀਆਂ ਰਹੀਆਂ ਤੇ ਦਿਲ ਦੇ ਵਿੱਚ ਸੋਚਦੀਆਂ ਨੇ ਪਈਆਂ, ਤੇ ਸਾਰੇ ਮਾਮਲਾਤ ਜਿਹੜੇ ਨੇ ਨਾ ਉਹ ਤੈਅ ਕਰਦੀਆਂ ਨੇ ਪਈਆਂ। ਅਖੀਰ ਬੈਠਿਆਂ ਨਾ ਉਹਨਾਂ ਨੂੰ ਇਹ ਖਿਆਲ ਆਇਆ ਕਿ ਇਹ ਚੂ ਆ ਕੇ ਤੇ ਇਹਨੇ ਸਾਰਾ ਘਰ ਬਾਅਦ ਵਿੱਚ ਸਾਂਭ ਲਿਆ, ਤੇ ਕਿਉਂ ਨਾ ਅਸੀਂ ਵੀ ਜਨਾਬ ਇਹ ਕੰਮ ਕਰੀਏ। ਖੈਰ ਜਨਾਬ ਵਕਤ ਗੁਜ਼ਰਦਾ ਗਿਆ, ਉਹ ਸੋਚਦੀਆਂ ਰਹੀਆਂ ਕਿ ਕੀ ਕਰਨਾ ਚਾਹੀਦਾ। ਉਸ ਹੁਣ ਨਵੀਂ ਜਿਹੜੀ ਸੀ ਨਾ, ਉਹਦਾ ਕੰਮ ਇਹ ਸੀ ਕਿ ਉਹਨੇ ਰੋਟੀ ਵੀ ਪਕਾਣੀ, ਬਾਹਰ ਡੇਰੇ ਤੇ ਵੀ ਲੈ ਕੇ ਜਾਣੀ, ਖਵਾ ਕੇ ਵੀ ਆਉਣੀ, ਲਿਆ ਕੇ ਭਾਂਡਾ ਟਿੰਡਾ ਵੀ ਧੋਣਾ, ਕੱਪੜੇ ਕੁਪੜੇ ਸਾਰੇ ਮਾਮਲਾਤ ਜਿਹੜੇ ਨੇ ਉਹ ਸਿੱਧੇ ਕਰਨੇ। ਤੇ ਜੇ ਕਿਸੇ ਮੰਗਣ ਵਾਲੇ ਨੇ ਆਉਣਾ ਨਾ ਘਰ ਦੇ ਅੰਦਰ, ਕੋਈ ਕਿਸੇ ਨੇ ਕਣਕ ਲੈਣ ਆਉਣਾ, ਕੋਈ ਆਟਾ ਲੈਣ ਆਉਣਾ, ਜਾਂ ਕੋਈ ਜਨਾਬੇ ਵਾਲਾ ਪੈਸਿਆਂ ਦੀ ਕਿਸੇ ਨੂੰ ਜ਼ਰੂਰਤ ਹੋਣੀ, ਤੇ ਕਿਸੇ ਨੂੰ ਜਵਾਬ ਨਾ ਦੇਣਾ। ਉਹਨੇ ਜਿਹੜਾ ਕੋ ਆਉਣਾ ਨਾ ਉਹਨੂੰ ਦੇਣਾ ਜ਼ਰੂਰ, ਕਿਸੇ ਨੂੰ ਖਾਲੀ ਨਾ ਮੋੜਨਾ। ਹਰ ਇੱਕ ਦੇ ਨਾਲ ਬੜਾ ਉਸਨੇ ਸਲੂਕ ਅੱਛੇ ਤਰੀਕੇ ਨਾਲ ਉਹਨੇ ਪੇਸ਼ ਆਉਣਾ, ਤੇ ਜਿਹਦੀ ਜਿੱਥੇ ਥਾਂ ਹੈ ਸੀ ਨਾ ਉੱਥੇ ਉਹਨੇ ਉਹਨਾਂ ਨੂੰ ਰੱਖ ਲਿਆ। ਬੰਦੇ ਵੀ ਬੜੇ ਰਾਜ਼ੀ ਤੇ ਬੀਬੀਆਂ ਵੀ ਬੜੀਆਂ ਰਾਜ਼ੀ, ਤੇ ਮਹੱਲੇ ਵਾਲੇ ਵੀ। ਹੁਣ ਜਿਹੜੀਆਂ ਪਹਿਲੀਆਂ 2 ਵਿਆਹੀਆਂ ਆਈਆਂ ਸਨ ਨਾ, ਤੇ ਉਹਨਾਂ ਦਾ ਤੇ ਕੋਈ ਨਾਂ ਨਾ ਲਵੇ, ਤੇ ਇਹ ਜਿਹੜੀ ਬਾਅਦ ਵਿੱਚ ਆਈ ਸੀ ਨਾ, ਤੇ ਹਰ ਬੰਦਾ ਤੇ ਹਰ ਬੀਬੀ ਆਖੇ ਚੌਧਰਾਣੀ ਜੀ ਵੀ ਇਹ ਬੀਬੀ ਜਿਹੜੀ ਹੈ ਨਾ, ਇਹਦੀ ਇਹ ਗੱਲ ਹੈ, ਇਹ ਚੌਧਰਾਣੀ ਸਾਹਿਬਾ ਦੀ ਆਹ ਗੱਲ ਹੈ, ਉਹਨੇ ਜਨਾਬ ਇੰਜ ਕਰ ਦਿੱਤਾ, ਉਹਨੇ ਆਹ ਕਰ ਦਿੱਤਾ।
ਉਹ ਹਰ ਬੰਦੇ ਦੀ ਜ਼ੁਬਾਨ ਤੇ, ਹਰ ਬੀਬੀ ਦੀ ਜ਼ੁਬਾਨ ਤੇ ਇਹ ਗੱਲ, ਮਹੱਲੇ ਵਾਲੇ ਵੀ ਬੜੇ ਖੁਸ਼, ਪਿੰਡ ਵਾਲੇ ਵੀ ਰਾਜ਼ੀ ਤੇ ਬਾਹਰ ਡੇਰੇ ਵਾਲੇ ਵੀ, ਕਾਮੇ ਵੀ, ਸਾਰੇ ਮਾਮਲਾਤ ਜਿਹੜੇ ਸਨ ਨਾ ਉਹ ਬੜੇ ਬਿਹਤਰੀਨ ਹੋ ਗਏ। ਤੇ ਘਰ ਨੂੰ ਉਹਨੇ ਘਰ ਬਣਾ ਦਿੱਤਾ ਤੇ ਡੇਰੇ ਨੂੰ ਉਹਨੇ ਡੇਰਾ ਬਣਾ ਦਿੱਤਾ, ਯਾਨੀ ਕਿ ਸਾਰੇ ਮਾਮਲਾਤ ਉਹਨੇ ਠੀਕ ਕਰ ਲੈ। ਉਹ ਜਿਹੜੀਆਂ ਉਦੋਂ ਦੀਆਂ ਸੋਚਣ ਦੀਆਂ ਸਨ ਉਹ ਵੀ ਇਸ ਨਤੀਜੇ ਤੇ ਅਪੜ ਹੀ ਗਈਆਂ। ਇੱਕ ਦਿਨ ਬਾਬੇ ਹਰੀ ਘਰ ਆਏ, ਸੁਸਰ ਜਿਹੜਾ ਸੀ ਸਹੁਰਾ, ਤੇ ਉਹਨੂੰ ਕਹਿਣ ਲੱਗੀਆਂ, ਬਾਬਾ ਜੀ ਜੇ ਤੁਸੀਂ ਇਜਾਜ਼ਤ ਦਿਓ ਤੇ ਜਿਵੇਂ ਆ ਨਵੀਂ ਅਸਾਂ ਵਿਆਹ ਕੇ ਆਂਦੀ ਏ, ਇਹ ਕੰਮ ਕਾਜ ਕਰਦੀ ਏ, ਅਸੀਂ ਵੀ ਕੋਈ ਕੰਮ ਵੰਡ ਨਾ ਲਈਏ ਤੇ ਰਲ ਕੇ ਕਰ ਲਵਾਂ ਕਰਾਂਗੀਆਂ। ਬਾਬਾ ਬੜਾ ਰਾਜ਼ੀ ਹੋਇਆ। ਉਸ ਆਖਿਆ ਚਲੋ ਪੁੱਤਰਾ, ਦੇਰ ਆਏ ਦਰੁਸਤ ਆਏ, ਉਦੋਂ ਦਾ ਤੇ ਤੁਸੀਂ ਕੁਝ ਨਹੀਂ ਸੀ ਕੀਤਾ, ਪਰ ਚਲੋ ਵੇਖ ਕੇ ਹੀ ਤੁਸੀਂ ਰੀਸ ਕਰ ਲਈਏ, ਮੈਂ ਇਹਦੇ ਤੇ ਹੀ ਬੜਾ ਰਾਜ਼ੀ ਹਾਂ। ਉਹ ਜਨਾਬ ਤਰੈਵੇਂ ਜਣੀਆਂ ਰਲ ਕੇ ਕੰਮ ਕਰਨ ਲੱਗ ਪਈਆਂ। ਜਨਾਬ ਸੁਬਹ ਸੁਬਹ ਉੱਠਣਾ, ਇੱਕ ਨੇ ਮਧਾਣੀ ਪਾ ਲੈਣੀ, ਇੱਕ ਨੇ ਜਨਾਬ ਭਾਂਡੇ ਧੋਣ ਲੱਗ ਪੈਣਾ, ਇੱਕ ਨੇ ਕੱਪੜੇ ਧੋਣ ਲੱਗ ਪੈਣਾ, ਇੱਕ ਨੇ ਰੋਟੀਆਂ ਪਕਾਉਣ ਲੱਗ ਪੈਣਾ, ਤੇ ਕੰਮ ਟੈਮੋ ਟੈਮ ਨਿਬੜ ਜਾਣੇ। ਬੌਕਰਬਾਰੀ ਕਰਕੇ ਟੈਮ ਨਾਲ ਉਹਨਾਂ ਵਿਹਲੀਆਂ ਹੋ ਜਾਣਾ, ਰੋਟੀਆਂ ਛੋਟੀਆਂ ਖਵਾ ਕੇ। ਉਹ ਕਾਮਿਆਂ ਕੂਮਿਆਂ ਤੋਂ ਵੀ ਜਾਨ ਛੁੱਟ ਗਈ ਤੇ ਆਪਣੇ ਹੱਥ ਨਾਲ ਪਕਾ ਕੇ ਖਾਣ ਲੱਗ ਪਈਆਂ, ਤੇ ਅੱਲਾਹ ਪਾਕ ਨੇ ਹੋਰ ਬਰਕਤਾਂ ਜਿਹੜੀਆਂ ਨੇ ਉਹ ਵੀ ਅਤਾ ਫਰਮਾ ਛੱਡੀਆਂ। ਤੇ ਗੱਲ ਕਰਨ ਦਾ ਮਕਸਦ ਇਹ ਵੀ ਬੇਲੀਓ, ਇਹ ਔਰਤ ਜਿਹੜੀ ਹੁੰਦੀ ਹੈ ਨਾ, ਬੀਬੀ ਜ਼ਾਤ, ਇਹ ਚਾਹੇ ਤੇ ਆਪਣਾ ਘਰ ਵਸਾ ਸਕਦੀ ਏ, ਇਹ ਚਾਹੇ ਤੇ ਆਪਣਾ ਘਰ ਉਜਾੜ ਸਕਦੀ ਏ। ਤੇ ਦੂਜੇ ਨੰਬਰ ਤੇ ਗੱਲ ਇਹ ਹੁੰਦੀ ਏ ਕਿ ਘਰ ਧੀਆਂ ਦਾ ਉਜਾੜਨ ਦੇ ਵਿੱਚ ਪੇਕਿਆਂ ਦਾ ਚੋਖਾ ਹੱਥ ਹੁੰਦਾ ਹੈ। ਧੀਆਂ ਦਾ ਘਰ ਉਜਾੜਨ ਦੇ ਅੰਦਰ ਪੇਕੇ ਜਿਹੜੇ ਹੁੰਦੇ ਨੇ ਨਾ, ਉਹਨਾਂ ਦਾ ਬੜਾ ਹੱਥ ਹੁੰਦਾ। ਜਿਹੜੀਆਂ ਧੀਆਂ, ਜਿਹੜੀਆਂ ਬੀਬੀਆਂ ਪੇਕਿਆਂ ਤੋਂ ਟਿਊਸ਼ਨ ਲੈਂਦੀਆਂ ਨੇ ਨਾ, ਉਹ ਕਦੀ ਵਸਦੀਆਂ ਨਹੀਂ, ਕਿਉਂਕਿ ਉਹਨਾਂ ਨੂੰ ਜਿਹੜੀ ਟਿਊਸ਼ਨ ਪਿੱਛੋਂ ਮਿਲਦੀ ਹੈ ਨਾ, ਉਹ ਕਦੀ ਉਹਨਾਂ ਨੂੰ ਵਸਣ ਨਹੀਂ ਦਿੰਦੀ। ਤੋ ਇਸ ਵਾਸਤੇ ਅੱਲਾਹ ਪਾਕ ਸਾਰੀਆਂ ਧੀਆਂ ਦੇ ਨਸੀਬ ਚੰਗੇ ਕਰੇ। ਘਰ ਨੂੰ ਉਜਾੜਦੀਆਂ ਵੀ ਬੀਬੀਆਂ ਨੇ ਤੇ ਬਣਾਉਂਦੀਆਂ ਵੀ ਬੀਬੀਆਂ ਨੇ। ਇਹਦੇ ਉੱਤੋਂ ਸਾਰੇ ਬੇਲੀ ਸਬਕ ਜਿਹੜਾ ਉਹ ਜ਼ਰੂਰ ਹਾਸਲ ਕਰਿਆ ਜੇ। अस्सलामु अलैकुम व रहमतुल्लाहि व